ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ ਤੇ ਮੈਂ ਹਾਂ ਗੁਰਦੇਵ ਧਾਲੀਵਾਲ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵਾਂ ਐਪੀਸੋਡ, ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ। ਜੀ ਹਾਂ, ਅੱਜ ਸਾਡੇ ਨਾਲ ਹੋਣਗੇ ਜੀ ਮਨਿੰਦਰ ਕੌਰ ਬਸੀ ਹੋਣੀ। ਮੈਂ ਇਹਨਾਂ ਬਾਰੇ ਦੱਸ ਦੇਵਾਂ ਕਿ ਇਹ ਬਹੁਤ ਅੱਛੇ ਰਾਈਟਰ ਨੇ, ਬਹੁਤ ਸੋਹਣੀ ਕਵਿਤਾ ਲਿਖਦੇ ਨੇ, ਗਜ਼ਲ ਲਿਖਦੇ ਨੇ। ਸਾਹਿਤਕ ਹਲਕਿਆਂ ਦੇ ਵਿੱਚ ਇਹਨਾਂ ਦੇ ਨਾਂ ਦਾ ਕਾਫੀ ਚਰਚਾ ਹੈ। ਸੋ ਪਹਿਲਾਂ ਮੈਡਮ ਦਾ ਸਵਾਗਤ ਕਰ ਲਈਏ, ਫਿਰ ਕਰਦੇ ਹਾਂ ਗੱਲਬਾਤ। ਮੈਡਮ ਜੀ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਏ ਮਿਲੇ ਗੱਲਬਾਤ ਕਰ ਰਹੇ ਹੋ ਜੀ ਬਹੁਤ ਸ਼ੁਕਰੀਆ। ਅੱਜ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਜ਼ਿੰਦਗੀ ਬਾਰੇ, ਇਸ ਸਾਰੇ ਸਾਹਿਤਕ ਸਫ਼ਰ ਬਾਰੇ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਕੋਈ ਆਪਣੀ ਕਵਿਤਾ, ਕੋਈ ਗਜ਼ਲ ਜਿਹੜੇ ਸਾਡੇ ਸਰੋਤਿਆਂ ਦੇ ਸਨਮੁਖ ਕਰੋ, ਤਾਂ ਕਿ ਉਹ ਵੀ ਤੁਹਾਡੀ ਜਿਹੜੇ ਗਜ਼ਲ ਤੋਂ ਜਾਂ ਕਵਿਤਾ ਤੋਂ ਵਾਕਿਫ ਹੋ ਜਾਣ। ਜੀ ਜ਼ਰੂਰ। ਮੇਰੀ ਗਜ਼ਲ ਹੈ ਜੰਗਲ ਵਿੱਚ ਪੱਤੇ ਝੂਮਣ। ਜੀ ਇਰਸ਼ਾਦ। ਜੰਗਲ ਵਿੱਚ ਪੱਤੇ ਝੂਮਣ ਗੂੰਜਣ ਜਦੋਂ ਸਾਰੰਗੀਆਂ, ਜੰਗਲ ਵਿੱਚ ਪੱਤੇ ਝੂਮਣ ਗੂੰਜਣ ਜਦੋਂ ਸਾਰੰਗੀਆਂ, ਬਾਗਾਂ ਵਿੱਚ ਉੱਡ ਰਹੀਆਂ ਕੁਝ ਤਿਤਲੀਆਂ ਬਹੁਰੰਗੀਆਂ। ਵਾਹ ਜੀ। ਸ਼ੁਕਰੀਆ। ਸੰਗਲ ਗੁਲਾਮੀ ਦਾ ਪਿਆ ਪੈਰੀ ਹੱਥ ਰੇਸ਼ਮ ਦੀ ਕੜੀ, ਸੰਗਲ ਗੁਲਾਮੀ ਦਾ ਪਿਆ ਹੱਥ ਰੇਸ਼ਮ ਦੀ ਕੜੀ, ਆਜ਼ਾਦ ਸੀ ਲੱਗਦੇ ਮਗਰ ਰੂਬੰਦਿਸ਼ਾਂ ਨੇ ਡੰਗੀਆਂ। ਵਾਹ ਜੀ। ਤਕਦੀਰ ਖੇਡੇ ਖੇਡ ਜਦ ਵਸ ਤਾਂ ਉਦੋਂ ਚੱਲਦਾ ਨਹੀਂ, ਤਕਦੀਰ ਖੇਡੇ ਖੇਡ ਜਦ ਬਸ ਤਾਂ ਉਦੋਂ ਚੱਲਦਾ ਨਹੀਂ, ਬੇਸ਼ੱਕ ਬਣਾਵੋ ਲੱਖ ਜੁਗਤਾਂ ਰਲ ਕੇ ਮਿੱਤਰਾਂ ਸੰਗੀਆਂ। ਵਾਹ ਜੀ ਵਾਹ, ਬਹੁਤ ਖੂਬੀ। ਸ਼ੁਕਰੀਆ ਜੀ। ਲਾਚਾਰਗੀ ਤੇ ਬੇਵਸੀ ਚਿਹਰੇ ਤੇ ਉਸਦੇ ਦਿਸ ਰਹੀ, ਲਾਚਾਰਗੀ ਤੇ ਬੇਵਸੀ ਚਿਹਰੇ ਤੇ ਉਸਦੇ ਦਿਸ ਰਹੀ, ਰੁਜ਼ਗਾਰ ਦੀ ਅਣਹੋਂਦ ਕਾਰਨ ਜੂਝਦਾ ਸੰਗ ਤੰਗੀਆਂ। ਅੰਮ੍ਰਿਤ ਦੇ ਸਰਵਰ 'ਚ ਕਿਸਨੇ ਖੂਨ ਦਾ ਰੰਗ ਘੋਲਿਆ, ਅੰਮ੍ਰਿਤ ਦੇ ਸਰਵਰ 'ਚ ਕਿਸਨੇ ਖੂਨ ਦਾ ਰੰਗ ਘੋਲਿਆ, ਤ੍ਰਿਸ਼ੂਲ ਤੇ ਤਲਵਾਰ ਦੋਵੇਂ ਨਫ਼ਰਤਾਂ ਵਿੱਚ ਰੰਗੀਆਂ। ਵਾਹ ਜੀ ਵਾਹ, ਦੁਬਾਰਾ ਕਹੋ ਜੀ ਸ਼ੇਰ, ਬਹੁਤ ਅੱਛਾ। ਸ਼ੁਕਰੀਆ। ਅੰਮ੍ਰਿਤ ਦੇ ਸਰਵਰ 'ਚ ਕਿਸਨੇ ਜੀ। ਖੂਨ ਦਾ ਰੰਗ ਘੋਲਿਆ, ਤ੍ਰਿਸ਼ੂਲ ਤੇ ਤਲਵਾਰ ਦੋਵੇਂ ਨਫ਼ਰਤਾਂ ਵਿੱਚ ਰੰਗੀਆਂ। ਵਾਹ ਜੀ ਵਾਹ। ਲਫ਼ਜ਼ਾਂ ਵਿੱਚੋਂ ਤੇਰੇ ਜ਼ਿਕਰ ਦੀ ਗਠੜੀ ਖੋਲ੍ਹਦਿਆਂ, ਲਫ਼ਜ਼ਾਂ ਵਿੱਚੋਂ ਤੇਰੇ ਜ਼ਿਕਰ ਦੀ ਗਠੜੀ ਖੋਲ੍ਹਦਿਆਂ, ਮਿਲ ਜਾਣ ਇੱਕ ਵਾਰੀ ਸੱਜਣਾ ਹਰ ਪਲ ਦੁਆਵਾਂ ਮੰਗੀਆਂ। ਅਸਮਾਨ ਤੇ ਬਣ ਕੇ ਸਿਤਾਰਾ ਛਾ ਜਾਂਦੇ ਉਹ ਜਹਾਨ ਤੇ, ਅਸਮਾਨ ਤੇ ਬਣ ਕੇ ਸਿਤਾਰਾ ਛਾ ਜਾਂਦੇ ਉਹ ਜਹਾਨ ਤੇ, ਧੀਆਂ ਪੁੱਤਰ ਚੰਗੇ ਬਣਨ ਜੇ ਹੋਣ ਮਾਵਾਂ ਚੰਗੀਆਂ। ਵਾਹ ਜੀ ਵਾਹ, ਬਹੁਤ ਅੱਛਾ ਜੀ, ਬਹੁਤ ਅੱਛਾ। ਇਹ ਵੀ ਦੁਬਾਰਾ ਕਹੋ ਜੀ ਸ਼ੇਰ, ਬਹੁਤ ਪਿਆਰਾ ਜੀ। ਅਸਮਾਨ ਤੇ ਬਣ ਕੇ ਸਿਤਾਰਾ ਜੀ ਛਾ ਜਾਂਦੇ ਉਹ ਜਹਾਨ ਤੇ, ਜੀ। ਧੀਆਂ ਪੁੱਤਰ ਚੰਗੇ ਬਣਨ ਜੇ ਹੋਣ ਮਾਵਾਂ ਚੰਗੀਆਂ। ਵਾਹ ਜੀ। ਦੱਸ ਕੌਣ ਸਹਿ ਸਕਦਾ ਵਿਛੋੜਾ ਮਿਲੇ ਜੇ ਸੱਜਣਾ ਦਾ, ਦੱਸ ਕੌਣ ਸਹਿ ਸਕਦਾ ਵਿਛੋੜਾ ਮਿਲੇ ਜੇ ਸੱਜਣਾ ਦਾ, ਕਰਦੇ ਅਸਰ ਦਵਾ ਵੀ ਨਹੀਂ ਜੋ ਰੂਹਾਂ ਇਸ਼ਕੇ ਡੰਗੀਆਂ, ਕਰਦੇ ਅਸਰ ਦਵਾ ਵੀ ਨਹੀਂ ਜੋ ਰੂਹਾਂ ਇਸ਼ਕ ਨੇ ਡੰਗੀਆਂ। ਵਾਹ ਜੀ ਵਾਹ, ਬਹੁਤ ਖੂਬ ਜੀ, ਬਹੁਤ ਤੁਹਾਡਾ ਧੰਨਵਾਦ। ਬਹੁਤ ਪਿਆਰੀ ਜਿਹੜੀ ਤੁਸੀਂ ਗਜ਼ਲ ਕਹੀ ਹੈ। ਤੇ ਸੋ ਗੱਲਬਾਤ ਇੱਥੋਂ ਹੀ ਸ਼ੁਰੂ ਕਰਦੇ ਹਾਂ ਵੀ ਸਾਹਿਤ ਨਾਲ ਜਿਹੜਾ ਤੁਹਾਡਾ ਵਾਹ ਵਾਸਤਾ ਉਹ ਕਿਸ ਉਮਰ ਦੇ ਵਿੱਚ ਪੈਂਦਾ, ਕਦੋਂ ਤੁਹਾਨੂੰ ਇਹ ਚਟਕ ਲੱਗਦੀ ਹੈ? ਸਾਹਿਤ ਨਾਲ ਪਤਾ ਇੰਝ ਹੁੰਦਾ ਹੈ ਕਿ ਆਪਾਂ ਨੂੰ ਕੁਝ ਇਹ ਚੀਜ਼ਾਂ ਆਪਣੇ ਅੰਦਰ ਚੱਲਦੀਆਂ ਰਹਿੰਦੀਆਂ ਬਚਪਨ ਤੋਂ ਹੀ। ਤੇ ਪਤਾ ਇਹ ਮੈਂ ਕਹਾਂ ਕਿ ਮੈਨੂੰ ਕਦੋਂ ਪਤਾ ਲੱਗਿਆ, ਤਾਂ ਜਦੋਂ ਮੈਂ 10th ਔਰ +2 'ਚ ਸੀ, 10th ਵਿੱਚ ਤਾਂ ਮੈਂ ਤੁਕਬੰਦੀ ਕਰਨ ਲੱਗ ਗਈ ਸੀ। ਜੀ। ਤੇ ਪਰ ਉਦੋਂ ਸਿਰਫ ਤੁਕਬੰਦੀ ਹੁੰਦੀ ਸੀ, ਮੈਂ ਕਹਾਂ ਕਿ ਪੂਰੀ ਕਵਿਤਾ ਹੁੰਦੀ ਸੀ ਨਹੀਂ। ਪਰ ਜਦੋਂ ਪੰਜਾਬੀ ਦੀਆਂ ਕਵਿਤਾਵਾਂ ਸਿਲੇਬਸ ਦੀਆਂ ਉਹ ਪੜ੍ਹਨੀਆਂ ਬਹੁਤ ਚੰਗੀਆਂ ਲੱਗਦੀਆਂ ਸੀ, ਕਵਿਤਾ ਪੜ੍ਹੀ ਦੀ ਸੀ ਔਰ ਰੂਹ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਸੀ। ਔਰ ਜਿਹੜੀਆਂ ਸਿਲੇਬਸ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਮੈਂ ਕਈ ਵਾਰ ਪੜ੍ਹਦੀ ਸੀ, ਮਤਲਬ ਮੇਰੇ ਮਨ ਨੂੰ ਬਹੁਤ ਖੁਸ਼ੀ ਜਿਹੀ ਮਿਲਦੀ ਸੀ ਕਵਿਤਾ ਪੜ੍ਹ ਕੇ। ਤੇ ਜਦੋਂ ਫਿਰ ਕਾਲਜ ਲੱਗੇ ਫਸਟ ਈਅਰ ਵਿੱਚ, ਉਦੋਂ ਫਿਰ ਮੇਰੇ ਕਾਲਜ ਮੈਗਜ਼ੀਨ ਦੇ ਵਿੱਚ ਮੇਰੀਆਂ ਕਵਿਤਾਵਾਂ ਲੱਗਣੀਆਂ ਸ਼ੁਰੂ ਹੋਈਆਂ। ਤੇ ਉਦੋਂ ਆਪਣੇ ਆਪ ਨੂੰ ਥੋੜ੍ਹਾ ਮਹਿਸੂਸ ਹੋਇਆ ਕਿ ਹਾਂ ਇਹ ਕਵਿਤਾ ਹੈ, ਪ੍ਰੋਪਰ ਕਵਿਤਾ ਹੀ ਹੈ। ਔਰ ਵਧੀਆ ਲੱਗ ਰਿਹਾ ਸੀ ਆਪਣੇ ਆਪ ਨੂੰ, ਜਿਵੇਂ ਲੱਗਦਾ ਸੀ ਕਿ ਸਿਰਫ ਇੱਦਾਂ ਹੀ ਤੁਕਬੰਦੀ ਹੈ ਤਾਂ ਨਹੀਂ, ਉਹ ਪ੍ਰੋਪਰ ਕਵਿਤਾ ਬਣਨ ਲੱਗ ਗਈ ਸੀ। ਤੇ ਉਦੋਂ ਫਿਰ ਉਹ ਲਗਾਤਾਰ 3 ਸਾਲ ਕਾਲਜ ਦੇ ਮੈਗਜ਼ੀਨ ਦੇ ਵਿੱਚ ਮੇਰੀ ਕਵਿਤਾ, ਕਹਾਣੀ ਤੇ ਲੇਖ ਮੇਰੇ ਛਪਦੇ ਰਹੇ। ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਮੈਰਿਜ ਹੋ ਗਈ ਜੀ। ਤੇ ਉਹ ਫਿਰ ਇੱਕ ਪਰਿਵਾਰਿਕ ਜ਼ਿੰਮੇਵਾਰੀਆਂ ਸਮਝ ਲਓ ਕਿ ਉਹ ਥੋੜ੍ਹਾ ਜਿਹਾ ਰਿਸ਼ਤਾ ਕਲਮ ਨਾਲੋਂ ਟੁੱਟ ਗਿਆ ਜੀ। ਪਰ ਇਹ ਅੱਖਰਾਂ ਦਾ ਸਾਥ ਕੁਝ ਇੱਦਾਂ ਦਾ ਹੁੰਦਾ ਕਿ ਆਪਾਂ ਇਹਨਾਂ ਨੂੰ ਨਹੀਂ ਛੱਡ ਸਕਦੇ। ਇਹ ਆਪਣੇ ਆਪ ਆਪਣੇ ਅੰਦਰ ਚੱਲਦਾ ਰਹਿੰਦਾ ਹੈ, ਆਪਣੇ ਆਲੇ ਦੁਆਲੇ ਜੋ ਵੀ ਚੱਲਦਾ ਆਪਾਂ ਉਹਨੂੰ ਓਬਜ਼ਰਵ ਕਰਦੇ ਰਹਿੰਦੇ ਹਾਂ। ਤੇ ਮੈਨੂੰ ਲੱਗਦਾ ਸਾਰੇ ਪੋਇਟਸ ਨਾਲ ਇਹ ਕੁਝ ਹੁੰਦਾ ਹੈ ਨਾ। ਜੀ ਜੀ ਬਿਲਕੁਲ। ਤੇ ਚਲੋ ਫਿਰ
5-6 ਸਾਲ ਲੰਘੇ, ਥੋੜੇ ਬੱਚੇ ਥੋੜੇ ਵੱਡੇ ਹੋਏ ਤਾਂ ਮਤਲਬ 2014 ਚ ਮੇਰਾ ਦੁਬਾਰਾ ਤੋਂ ਮਤਲਬ ਉਦੋਂ ਮੇਰਾ ਸਾਹਿਤਕ ਸਫ਼ਰ ਸ਼ੁਰੂ ਹੋਇਆ ਜੀ। ਉਦੋਂ ਮੈਂ ਸਿੱਖ ਫੁਲਵਾੜੀ ਮੈਗਜ਼ੀਨ ਆਉਂਦਾ ਹੈ ਜੀ। ਤੇ ਰੋਜ਼ਾਨਾ ਸਪੋਕਸਮੈਨ, ਉਹਨਾਂ ਨੂੰ ਮੈਂ ਪਹਿਲੀ ਵਾਰੀ ਉਹ ਮੈਗਜ਼ੀਨਾਂ ਦੇ ਅੱਗੇ ਪਤੇ ਹੁੰਦੇ ਨੇ, ਉਹਨਾਂ ਤੋਂ ਮੈਂ ਪਤਾ ਬਸ ਉਹ ਆਪਣਾ ਲੈਟਰ ਦੇ ਵਿੱਚ ਉਹਨਾਂ ਨੂੰ ਚਿੱਠੀ ਪੱਤਰ ਦੇ ਥਰੂ ਉਹਨਾਂ ਨੂੰ ਮੈਂ ਭੇਜੀ ਲਿਖ ਕੇ, ਤੇ ਉਹ ਪਹਿਲੀ ਵਾਰ ਉੱਥੇ ਛਪੀ। ਉਦੋਂ ਈਮੇਲ ਦਾ ਇੰਨਾ ਸਿਸਟਮ ਨਹੀਂ ਸੀਗਾ। ਅੱਛਾ, ਪਹਿਲਾ ਤੁਹਾਡਾ ਮੈਗਜ਼ੀਨ ਸਿੱਖ ਫੁਲਵਾੜੀ ਦੇ ਵਿੱਚ ਪਹਿਲੀ ਰਚਨਾ ਸੀ? ਹਾਂਜੀ, ਸਿੱਖ ਫੁਲਵਾੜੀ। ਔਰ ਉਸੇ ਟਾਈਮ ਮਤਲਬ ਉਹ ਬਿਲਕੁਲ ਸਿਮਿਲਰ ਟਾਈਮ ਸੀਗਾ ਵੀ ਮੈਂ ਇੱਕ ਟਾਈਮ ਉੱਥੇ ਭੇਜਿਆ ਤੇ ਉਸੇ ਟਾਈਮ ਮੈਂ ਰੋਜ਼ਾਨਾ ਸਪੋਕਸਮੈਨ ਵਿੱਚ ਭੇਜਿਆ ਜੀ। ਤੇ ਉਹ ਦੋਨਾਂ ਦੇ ਵਿੱਚ ਫਿਰ ਮੇਰੀ ਜਦੋਂ ਲੱਗਣੀਆਂ ਸ਼ੁਰੂ ਹੋਈਆਂ ਉਦੋਂ ਮੇਰੀਆਂ ਕਵਿਤਾਵਾਂ ਵੀ ਲੱਗੀਆਂ ਤੇ ਮਿੰਨੀ ਕਹਾਣੀ ਲੱਗੀ। ਇਹੀ ਦੋ ਬੇਸਿਕ ਮੇਰਾ ਚੱਲ ਰਿਹਾ ਸੀ। ਤੇ ਉਸ ਤੋਂ ਬਾਅਦ ਫਿਰ ਇਹ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਮਨ ਨੂੰ ਹੌਸਲਾ ਹੋਇਆ ਕਿ ਕਵਿਤਾ ਨਾਲ ਜੁੜੀ ਰਹੀ ਮੈਂ, ਮਨ ਨੂੰ ਬੜੀ ਖੁਸ਼ੀ ਵੀ ਸੀ ਕਿ ਚਲੋ ਛਪ ਰਿਹਾ ਹੈ ਕੁਛ, ਹੈ ਨਾ। ਤੇ ਪਰ ਉਹ ਰੂਟੀਨ ਫਿਰ ਰੈਗੂਲਰ ਹੋ ਗਈ ਕਿ ਜਦੋਂ ਕੁਝ ਛਪ ਜਾਣਾ, ਪਾਠਕਾਂ ਦੇ ਫੋਨ ਆਣੇ, ਮੈਂ ਫਿਰ ਭੇਜਣਾ, ਮਨ ਨੂੰ ਖੁਸ਼ੀ ਹੁੰਦੀ ਸੀ। ਤੇ ਹੌਲੀ ਹੌਲੀ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਜਦੋਂ ਤੁਹਾਨੂੰ ਤੁਹਾਡੀ ਕੋਈ ਲਿਖੀ ਹੋਈ ਕਵਿਤਾ ਛਪੇ ਤੇ ਫਿਰ ਤੁਹਾਨੂੰ ਪਾਠਕ ਦਾ ਫੋਨ ਆਵੇ? ਨਹੀਂ, ਪਹਿਲਾਂ ਤੇ ਬਹੁਤ ਚੰਗਾ ਲੱਗਦਾ ਸੀ। ਜਦੋਂ ਸ਼ੁਰੂ ਛਪੇ ਆ ਉਦੋਂ ਤੇ ਇੰਨੇ ਕੁ ਫੋਨ ਆਉਂਦੇ ਸੀ ਕਿ ਘਰ ਦੇ ਕਹਿੰਦੇ ਸੀ ਵੀ ਹੁਣ ਬਸ ਅੱਜ ਤੇਰਾ ਫੋਨ ਹੀ ਵੱਜੀ ਜਾਣਾ, ਤੇ ਕਈ ਵਾਰੀ ਘਰ ਦੇ ਕੰਮ ਵੀ ਰਹਿ ਜਾਂਦੇ ਸੀ। ਹਾਂਜੀ। ਪਰ ਜਦੋਂ ਥੋੜਾ ਜਿਹਾ 5-6 ਸਾਲ ਲੰਘ ਗਏ ਸਮਝ ਲਓ, ਰੂਟੀਨ ਚੱਲਦੀ ਰਹੀ। ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਮੈਂ ਹੁਣ ਪਾਠਕਾਂ ਦੇ ਫੋਨ ਬਹੁਤ ਘੱਟ ਲੈਣ ਲੱਗ ਗਈ। ਵੀ ਲੈਂਦੀ ਨਹੀਂ ਮੈਂ ਹੁਣ, ਨੰਬਰ ਵੀ ਨਾਲ ਨਹੀਂ ਦਿੰਦੀ, ਕਿਉਂਕਿ ਪਤਾ ਨਹੀਂ ਕਿਉਂ ਚੰਗਾ ਜਿਹਾ ਨਹੀਂ ਲੱਗਦਾ ਬਹੁਤ ਜ਼ਿਆਦਾ ਕਿਸੇ ਨਾਲ ਗੱਲਬਾਤ ਕਰਨੀ। ਹਾਂਜੀ। ਤੇ ਪਰ ਉਦੋਂ ਬਹੁਤ ਚੰਗਾ ਲੱਗਦਾ ਸੀਗਾ। ਅੱਛਾ, ਕਦੀ ਕਿਸੇ ਦੀ ਚਿੱਠੀ ਵੀ ਖੱਤ ਵੀ ਇਦਾਂ ਦਾ ਆਇਆ ਵੀ ਤੁਹਾਡੀ ਨਹੀਂ ਫੋਨ ਹੀ ਕਿ ਫੋਨ ਦੇ ਜ਼ਮਾਨੇ 'ਚ ਤੁਸੀਂ ਸਟਾਰਟ ਹੋਏ? ਨਹੀਂ, ਮੇਰਾ ਸ਼ੁਰੂ ਤੇ ਫੋਨ ਦੇ ਜ਼ਮਾਨੇ 'ਚ ਵੀ ਫੋਨ ਕਾਲਸ ਹੀ ਆਉਂਦੇ ਰਹੇ ਆ, ਜਾਂ ਆਪਾਂ ਨੂੰ ਮੈਸੇਜ ਆ ਜਾਂਦੇ ਆ, ਜਾਂ WhatsApp ਤੇ ਮੈਸੇਜ ਆ ਜਾਂਦੇ ਆ। ਹੁਣ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ, ਉੱਥੇ ਵੀ ਆਪਾਂ ਨੂੰ ਐਪਰੀਸ਼ੀਏਸ਼ਨ ਸਾਰੇ ਆਪਣੀ ਆਪਾਂ ਦੱਸਦੇ ਆ, ਕਮੀਆਂ ਖੂਬੀਆਂ। ਤੇ ਪਰ ਲੈਟਰਸ ਵੀ ਆਏ ਉਦੋਂ, ਜ਼ਿਆਦਾ ਨਹੀਂ ਪਰ 2-3 ਤਾਂ ਹੋਣਗੇ। ਜੀ। ਵੀ ਚੰਗਾ ਲੱਗਦਾ। ਅੱਛਾ, ਆਪਾਂ ਲਿਖਣ ਵਾਲੇ ਪਾਸੇ ਆ ਗਏ, ਆਪਾਂ ਬਾਅਦ ਵਿੱਚ ਇੱਧਰ ਆਉਂਦੇ ਆ। ਅੱਛਾ, ਤੁਸੀਂ ਪੜ੍ਹਨ ਦੀ ਗੱਲ ਕਰੀ ਸੀ ਵੀ ਜਦੋਂ ਪੜ੍ਹਦੇ ਆ ਬੜੀ ਮਨ ਨੂੰ ਖੁਸ਼ੀ ਹੁੰਦੀ ਸੀ, ਹੈ ਨਾ। ਸਾਹਿਤ ਪੜ੍ਹਦੇ ਆ ਰੂਹ ਨੂੰ ਬੜਾ ਸਕੂਨ ਮਿਲਦਾ ਸੀ। ਤੇ ਪੜ੍ਹਨ ਦੇ ਵਿੱਚ ਤੁਸੀਂ ਕਿੰਨਾਂ ਨੂੰ ਜ਼ਿਆਦਾ ਪੜ੍ਹਿਆ ਜਾਂ ਕਿੰਨਾਂ ਤੋਂ ਜ਼ਿਆਦਾ ਤੁਸੀਂ ਪ੍ਰਭਾਵਿਤ ਮੁਤਾਸਰ ਹੋਏ, ਹੈ ਨਾ? ਪੰਜਾਬੀ ਸਾਹਿਤ ਦੀ ਜੇ ਗੱਲ ਕਰਾਂ ਤਾਂ ਕਿੰਨਾਂ ਤੋਂ ਜ਼ਿਆਦਾ, ਕਿੰਨਾਂ ਦੀ ਕਵਿਤਾ ਤੋਂ, ਕਿੰਨਾਂ ਦੀ ਗਜ਼ਲ ਨੇ, ਜਾਂ ਤੁਸੀਂ ਮੰਨਦੇ ਵੀ ਤੁਹਾਡੀ ਗਜ਼ਲ ਤੇ ਕਿਤੇ ਨਾ ਕਿਤੇ ਉਹਨਾਂ ਦਾ ਪ੍ਰਭਾਵ ਹੈਗਾ ਆ? ਕੋਈ ਮਹਿਸੂਸ ਹੁੰਦਾ ਤੁਹਾਨੂੰ ਇਸ ਤਰ੍ਹਾਂ? ਨਹੀਂ, ਕੋਈ ਇੱਕ ਨਾਮ ਤਾਂ ਨਹੀਂ ਲੈ ਹੋਏਗਾ ਮੇਰੇ ਤੋਂ ਜੀ, ਕਿਉਂਕਿ ਜਦੋਂ ਬਚਪਨ 'ਚ ਸੀ ਤਾਂ ਮੇਰੇ ਵੱਡੇ ਵੀਰ ਜੀ ਜਸਵੰਤ ਸਿੰਘ ਕੰਵਲ ਜੀ ਨੂੰ ਬਹੁਤ ਪੜ੍ਹਦੇ ਸੀ ਸਾਡੇ ਘਰ। ਉਦੋਂ ਵੀਰ ਜੀ ਨਾਵਲ ਤੇ ਉਹਨਾਂ ਦੀ ਕਿਤਾਬ ਸੀ ਸ਼ਾਇਦ ਜੀਵਨ ਕਣੀਆਂ। ਹਾਂਜੀ, ਉਹਨਾਂ ਦੇ ਮਤਲਬ ਕਿਤਾਬਾਂ ਵੀਰ ਜੀ ਬਹੁਤ ਲਿਆਉਂਦੇ ਹੁੰਦੇ ਸੀ ਤੇ ਮੈਂ ਉਹ ਬਹੁਤ ਪੜ੍ਹੀਆਂ, ਸਕੂਲ ਟਾਈਮ 'ਚ ਵੀ ਪੜ੍ਹੀਆਂ ਉਹ। ਤੇ ਉਦੋਂ ਵੈਸੇ ਵੀ ਜ਼ਿਆਦਾ ਟੀਵੀ ਦਾ ਨਹੀਂ ਸੀ ਹੁੰਦਾ, ਸੋਸ਼ਲ ਮੀਡੀਆ ਕੁਝ ਵੀ ਨਹੀਂ ਸੀ ਨਾ, ਤਾਂ ਕਰਕੇ ਉਹ ਬੱਚੇ ਜ਼ਿਆਦਾ ਜੁੜੇ ਹੋਏ ਸੀ ਕਿਤਾਬਾਂ ਨਾਲ ਜਾਂ ਅਖਬਾਰਾਂ ਨਾਲ। ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤਾ ਪ੍ਰੀਤਮ ਕਹਿ ਸਕਦੀ ਹਾਂ ਮੈਂ, ਜਿਨ੍ਹਾਂ ਨੂੰ ਪੜ੍ਹਿਆ। ਜ਼ਿਆਦਾ ਕਰਕੇ ਅਸਰ ਇਹ ਹੈ ਵੀ ਜਿਹੜਾ ਸਕੂਲ ਟਾਈਮ 'ਚ ਅਸੀਂ ਸਿਲੇਬਸ ਪੜ੍ਹਦੇ ਹਾਂ ਉਹਦੇ ਵਿੱਚ ਤਕਰੀਬਨ ਸਾਰੇ ਹੀ ਕਵੀ ਸੀ। ਸ਼ਿਵ ਕੁਮਾਰ ਬਟਾਲਵੀ ਜੀ ਹੋ ਗਏ, ਅੰਮ੍ਰਿਤਾ ਜੀ ਹੋ ਗਏ, ਇਹ ਸਾਰੇ, ਇਹਨਾਂ ਨੂੰ ਪੜ੍ਹ ਕੇ ਕਾਲਜ ਟਾਈਮ ਬਹੁਤ ਪੜ੍ਹਿਆ। ਤੇ ਫਿਰ ਜਦੋਂ ਹੁਣ ਰੂਟੀਨ 'ਚ ਆ ਰਹੇ ਹਾਂ ਤਾਂ ਹੁਣ ਬਹੁਤ ਸਾਰੇ ਨਾਮ ਹੈ ਜਿਨ੍ਹਾਂ ਦੀ ਪੜ੍ਹ ਕੇ ਮਤਲਬ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ, ਜੋ ਆਪਣੇ ਇਸ ਟਾਈਮ ਹੈਗੇ ਨੇ। ਪਾਤਰ ਸਾਹਿਬ ਹੈ, ਸੁਰਜੀਤ ਪਾਤਰ ਜੀ, ਗੁਰਦਿਆਲ ਦਲਾਲ, ਗੁਰਦਿਆਲ ਰੋਸ਼ਨ ਸਰ ਹੈ ਜੀ, ਸਾਡੇ ਪਰਮਜੀਤ ਕੌਰ ਸਰਹੰਦੀ ਮੈਡਮ ਹੈ, ਉਹ ਬਹੁਤ ਵਧੀਆ ਪੋਇਟਰੀ ਲਿਖਦੇ ਆ, ਉਹਨਾਂ ਦਾ ਵਾਰਤਕ ਬਹੁਤ ਵਧੀਆ। ਤੇ ਮਤਲਬ ਇਹ ਨਹੀਂ ਹੈ ਕਿ ਮੈਂ ਸਿਰਫ ਕਵਿਤਾ ਪੜ੍ਹਦੀ ਹਾਂ, ਕਹਾਣੀ, ਵਾਰਤਕ, ਇਹ ਚੀਜ਼ਾਂ ਵੀ, ਹਰ ਇੱਕ ਚੀਜ਼ ਆਪਣੀ ਸਾਹਿਤ ਦਾ ਕਰਦਾ ਇੱਦਾਂ ਹੁੰਦਾ ਨਾ ਵੀ ਇਹ ਸਾਰਾ ਕੁਝ ਜੁੜਿਆ ਹੋਇਆ ਹੁੰਦਾ। ਉਹ ਕਦੋਂ ਆਪਣੇ ਮਨ ਦੇ ਵਲਵਲਿਆਂ ਨੇ ਕਿਹੜਾ ਰੂਪ ਲੈਣਾ, ਕਦੇ ਕਵਿਤਾ ਬਣਦੀ ਹੈ, ਕਦੇ ਗਜ਼ਲ ਜਾਂ ਕੋਈ ਕਹਾਣੀ। ਜੀ ਜੀ ਜੀ, ਬਸ ਇੱਦਾਂ ਹੀ। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਹੌਲੀ ਹੌਲੀ ਜਿਹੜਾ ਲਿਖਣ ਦਾ ਸਫ਼ਰ ਸਟਾਰਟ ਹੁੰਦਾ ਹੈ, ਪਰ ਜਿਵੇਂ ਆਮ ਕਿਹਾ ਜਾਂਦਾ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ, ਹੈ ਨਾ। ਵੀ ਮਤਲਬ ਜੇ ਆਪਾਂ ਲਿਖਣਾ ਵੀ ਹੈ ਤਾਂ ਸਾਨੂੰ ਕਿਸੇ ਨਾ ਕਿਸੇ ਨੂੰ ਜਾਂ ਗੁਰੂ ਕਹਿ ਲਓ ਧਾਰਨਾ, ਜਾਂ ਇਹ ਕਹਿ ਲਓ ਵੀ ਕਿਸੇ ਦੀ ਸ਼ਾਗਿਰਦੀ, ਜਾਂ ਵੀ ਕਹਿ ਸਕਦੇ ਵੀ ਕਿਸੇ ਦੀ ਸੁਪਰਵਿਜ਼ਨ ਚਾਹੀਦੀ ਆ। ਤੁਹਾਨੂੰ ਵੀ ਕੋਈ ਲੋੜ ਪਈ ਜਾਂ ਤੁਸੀਂ ਵੀ ਕੋਈ ਉਸਤਾਦ ਉਸ ਤਰ੍ਹਾਂ ਨਾਲ ਧਾਰਿਆ? ਹਾਂਜੀ, ਮੈਂ ਗੁਰਦਿਆਲ ਦਲਾਲ ਸਰ ਹੈਗੇ ਨੇ ਜੀ, ਮੈਂ ਚਲੋ ਉਹਨਾਂ ਨੇ ਮਤਲਬ ਉਹਨਾਂ ਨੂੰ ਮੈਂ ਆਪਣਾ ਗੁਰੂ ਕਹਿ ਸਕਦੀ ਹਾਂ। ਧਾਰਿਆ ਨਹੀਂ ਹਲੇ, ਪਰ ਫਿਰ ਵੀ ਉਹਨਾਂ ਨੇ ਮੈਨੂੰ ਬਹੁਤ ਗਾਈਡੈਂਸ ਦਿੱਤੀ। ਜਦੋਂ ਮੈਂ ਗਜ਼ਲ ਬਾਰੇ ਮੈਨੂੰ ਜ਼ਿਆਦਾ ਨਹੀਂ ਸੀ ਪਤਾ
ਜਦੋਂ ਕਵਿਤਾ ਲਿਖੀ ਦੀ ਸੀ ਤਾਂ ਉਹ ਇੱਕ ਤੁਕਬੰਦੀ ਹੁੰਦੀ ਸੀ, ਆਪਸ 'ਚ ਜੁੜ ਜਾਂਦੀ ਹੈ ਨਾ, ਤੇ ਉਹ ਹੌਲੀ ਹੌਲੀ ਕੋਈ ਵੀ ਚੀਜ਼ ਆ ਉਹਨੂੰ ਸਿੱਖਣਾ ਪੈਂਦਾ ਹੈ। ਤੇ ਗੁਰਦਿਆਲ ਦਲਾਲ ਸਰ ਨੇ ਇੱਕ ਕਾਲਮ ਸ਼ੁਰੂ ਕੀਤਾ ਸੀ ਫੇਸਬੁੱਕ ਉੱਤੇ ਜੀ, ਤੇ ਉਹਦੇ ਵਿੱਚ ਉਹਨਾਂ ਨੇ ਬਹਿਰ ਵਜ਼ਨ ਨਾਲ ਗਜ਼ਲ ਦੇ ਉਹਨਾਂ ਨੇ ਸਾਰਿਆਂ ਨੂੰ ਲੇਖਕਾਂ ਨੂੰ ਕਵੀਆਂ ਨੂੰ ਕਿਹਾ ਕਿ ਆਪਣੀ ਲਿਖ ਕੇ ਭੇਜੋ। ਤੇ ਮੈਂ ਕੋਸ਼ਿਸ਼ ਕੀਤੀ, ਸ਼ੁਰੂ ਕੀਤਾ ਜੀ, ਜਦੋਂ ਭੇਜਣੀ ਸ਼ੁਰੂ ਕੀਤੀ ਤੇ ਉਹਦੇ ਵਿੱਚੋਂ ਸੋਧ ਕਰਕੇ ਫਿਰ ਉਹਨੂੰ ਦੁਬਾਰਾ ਰੀਪੋਸਟ ਕਰਦੇ ਸੀ। ਐਦਾਂ ਉਹਨਾਂ ਨੇ ਬਹੁਤ ਸਾਰੇ ਸ਼ਾਇਰਾਂ ਨੂੰ ਮੌਕਾ ਦਿੱਤਾ, ਨੌਲੇਜ ਦਿੱਤੀ। ਤੇ ਮੈਂ ਕਹਿ ਸਕਦੀ ਹਾਂ ਵੀ ਹਾਂ ਉਹਨਾਂ ਤੋਂ ਹੀ ਮੈਨੂੰ ਬੇਸਿਕ ਨੌਲੇਜ ਮਿਲੀ ਹੈ। ਹੁਣ ਉਹਨਾਂ ਨੇ ਪਿੱਛੇ ਇੱਕ ਕਿਤਾਬ ਹੋਰ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਸਾਂਝੇ ਸ਼ੇਅਰ ਲਿੱਤੇ ਸੀਗੇ। ਜੀ ਜੀ ਬਿਲਕੁਲ। ਤੇ ਉਹਦੇ ਵਿੱਚ ਵੀ ਉਹਨਾਂ ਨੇ ਐਦਾਂ ਦਾ ਇੱਕ ਕਾਲਮ ਸਟਾਰਟ ਕੀਤਾ ਜਿਹਦੇ ਵਿੱਚ ਅਸੀਂ ਆਪਣੇ ਸ਼ੇਅਰ ਪੋਸਟ ਕਰਦੇ ਸੀ, ਫਿਰ ਉਹਦੇ ਵਿੱਚ ਉਹ ਸੋਧ ਦਿੰਦੇ ਸੀ ਤੇ ਫਿਰ ਉਹਨੂੰ ਦੁਬਾਰਾ ਪੋਸਟ ਕਰਕੇ ਸਾਨੂੰ ਦੱਸਦੇ ਸੀ, ਹੈ ਨਾ, ਕਮੀਆਂ ਵੀ। ਜੀ ਜੀ। ਉਸ ਤੋਂ ਬਾਅਦ ਇੱਕ ਅੱਛਾ, ਜਦੋਂ ਤੁਸੀਂ ਲਿਖਣ ਲੱਗੇ ਹੈ ਨਾ, ਸ਼ੁਰੂ ਦੀ ਗੱਲ, ਸ਼ੁਰੂਆਤੀ ਦੌਰ 'ਚ ਨਾ, ਇਹ ਜਦੋਂ ਤੁਹਾਡਾ ਵਿਆਹ ਨਹੀਂ ਸੀ ਹੋਇਆ ਹੈ ਨਾ, ਉਸ ਤੋਂ ਪਹਿਲਾਂ ਤੁਸੀਂ ਜਦੋਂ ਤੁਹਾਡੀਆਂ ਕਹਾਣੀਆਂ ਛਪਦੀਆਂ, ਉਦੋਂ ਘਰ ਦਾ ਮਾਹੌਲ ਕਿਵੇਂ ਸੀ ਜਾਂ ਘਰ ਦੀ ਸਪੋਰਟ ਕਿਵੇਂ ਸੀ? ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਕੁੜੀ ਕੀ ਲਿਖਣ ਲੱਗੀ ਜਾਂ? ਨਹੀਂ, ਐਦਾਂ ਦਾ ਨਹੀਂ ਹੋਇਆ। ਮਤਲਬ ਮੇਰਾ ਪਰਿਵਾਰਕ ਮਾਹੌਲ ਐਦਾਂ ਦਾ ਕਿ ਜਿਹੜੇ ਮੇਰੇ ਭਰਾ ਨੇ ਜਾਂ ਮੇਰੇ ਮੰਮੀ ਪਾਪਾ ਨੇ, ਉਹਨਾਂ ਨੇ ਮੈਨੂੰ ਨਹੀਂ ਰੋਕਿਆ। ਤੇ ਮਤਲਬ ਵੀਰ ਜੀ ਨੇ ਬਹੁਤ ਖੁਸ਼ ਹੁੰਦੇ ਸੀ ਕਿ ਮੈਂ ਲਿਖਦੀ ਹਾਂ, ਹੈ ਨਾ। ਜਦੋਂ ਤੁਹਾਡੀ ਪਹਿਲੀ ਕਵਿਤਾ ਛਪੀ ਤੇ ਫਿਰ ਕਿਹਨੂੰ ਦਿਖਾਈ ਜਾ ਕੇ ਪਹਿਲਾਂ? ਉਹ ਮਤਲਬ ਮੈਗਜ਼ੀਨ, ਉਦੋਂ ਛੁੱਟੀਆਂ ਚੱਲ ਰਹੀਆਂ ਸੀ, ਕਾਲਜ ਮੈਗਜ਼ੀਨ ਬਾਏ ਪੋਸਟ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਵੀਰ ਜੀ ਨੂੰ ਕਿਹਾ, ਔਰ ਉਸ ਦਿਨ ਮੇਰੀਆਂ ਅੱਖਾਂ ਭਰ ਆਈਆਂ। ਮੈਂ ਕਿਹਾ ਵੀਰ ਜੀ ਦੇਖੋ, ਮੇਰੀ ਮੈਗਜ਼ੀਨ ਦੇ ਵਿੱਚ ਕਵਿਤਾ ਲੱਗ ਗਈ। ਤੇ ਵੱਡੇ ਵੀਰ ਜੀ ਬਹੁਤ ਪਿਆਰ ਦਿੱਤਾ ਉਹਨਾਂ ਨੇ, ਕਿਉਂਕਿ ਛੋਟੀਆਂ ਪ੍ਰਾਪਤੀਆਂ ਤੁਹਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ। ਹਾਂ, ਕਿਉਂ ਇਹ ਹੁੰਦਾ ਨਾ ਕਿ ਵੱਡੇ ਵੀਰ ਉਹਨਾਂ ਸਿਰ ਤੇ ਹੱਥ ਰੱਖਿਆ, ਬਹੁਤ ਖੁਸ਼ ਹੋਏ, ਬਹੁਤ ਪਿਆਰ ਦਿੱਤਾ ਵੀ ਸ਼ਾਬਾਸ਼, ਬਹੁਤ ਵਧੀਆ ਕੀਤਾ। ਨਹੀਂ ਰੋਕਿਆ ਨਹੀਂ, ਪਰ ਆਪਣਾ ਕਈ ਵਾਰੀ ਆਪਣੀ ਸਿਚੁਏਸ਼ਨਸ ਇੱਦਾਂ ਦੀਆਂ ਹੁੰਦੀਆਂ ਕਿ ਆਪਾਂ ਆਪਣੀਆਂ ਚੀਜ਼ਾਂ ਨੂੰ ਇੰਨੀ ਪ੍ਰੈਫਰੈਂਸ ਨਹੀਂ ਦੇ ਪਾਉਂਦੇ, ਆਪਣੀਆਂ ਇੱਛਾਵਾਂ ਨੂੰ, ਜਾਂ ਆਪਾਂ ਜੋ ਚਾਹੁੰਦੇ ਹਾਂ, ਬਸ ਉਹੀ ਥੋੜ੍ਹਾ ਜਿਹਾ ਕੜੀ ਟੁੱਟ ਜਾਂਦੀ ਹੈ। ਪਰ ਪਰਿਵਾਰਕ ਮਾਹੌਲ ਇੱਧਰ ਮੇਰੇ ਹੁਣ ਇਨ-ਲॉज ਨੇ ਵੀ ਬਹੁਤ ਸਪੋਰਟ ਕੀਤੀ। ਜੀ ਜੀ। ਤੇ ਜਿਹੜਾ ਇੱਕ ਗੈਪ ਪੈ ਗਿਆ, ਉਹ ਸਿਰਫ ਪਰਿਵਾਰ ਨੂੰ ਟਾਈਮ ਦੇਣ ਖਾਤਰ ਜਾਂ ਬੱਚਿਆਂ ਦੀ ਪਰਵਰਿਸ਼ ਲਈ ਥੋੜਾ ਜਿਹਾ ਇਹ ਵਿਚਕਾਰ ਜਿਹੜਾ ਤੁਸੀਂ ਕਿਹਾ ਕਿ ਗੈਪ ਪੈ ਗਿਆ ਸੀਗਾ? ਹਾਂਜੀ, ਇਹ ਵੀ ਕਹਿ ਸਕਦੀ ਹਾਂ, ਪਰ ਇੱਕ ਗੱਲ ਇਹ ਵੀ ਹੈ ਕਿ ਉਦੋਂ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਇੰਨਾ ਵਧੀਆ ਵੀ ਇਹ ਛਪਣ ਲਾਇਕ ਵੀ ਹੈ, ਕਿਉਂਕਿ ਕਾਲਜ ਮੈਗਜ਼ੀਨ ਤਾਂ ਛਪਿਆ, ਸ਼ਾਇਦ ਉਹਨਾਂ ਨੇ, ਹੋ ਸਕਦਾ ਉਹਨਾਂ ਨੇ ਸਿਰਫ ਸਪੋਰਟ ਲਈ ਛਪਾਇਆ ਹੋਵੇ। ਤੁਹਾਨੂੰ ਲੱਗਦਾ ਸੀ ਵੱਧ ਤੋਂ ਵੱਧ ਸਿੱਖਿਆ ਜਾਵੇ, ਹੈ ਨਾ? ਬਿਲਕੁਲ ਜੀ। ਤੇ ਉਹ ਫਿਰ ਜਦੋਂ ਥੋੜਾ ਜਿਹਾ ਟਾਈਮ ਪੈ ਜਾਂਦਾ ਨਾ, ਫਿਰ ਬੰਦੇ ਨੂੰ ਇਹ ਸਮਝ ਲਓ ਵੀ ਉਹ ਆਪਣਾ ਟਾਈਮ, ਇਹ ਨਹੀਂ ਹੈ ਵੀ ਆਪਾਂ ਰੁਕ ਜਾਂਦੇ ਆ, ਉਹ ਆਪਣੇ ਅੰਦਰ ਕੁਝ ਨਾ ਕੁਝ ਚੱਲਦਾ ਰਹਿੰਦਾ। ਪਰ ਬਿਲਕੁਲ ਜੀ, ਜਿਹੜਾ ਥਾਟ ਪ੍ਰੋਸੈਸ ਆ ਸਾਡਾ, ਉਹ ਤਾਂ ਚੱਲਦਾ ਹੀ ਰਹਿੰਦਾ ਨਾ। ਬਿਲਕੁਲ, ਇਹ ਆਪਾਂ ਮਤਲਬ ਆਪਾਂ ਦਿਮਾਗ ਹੈ ਨਾ, ਇਹ ਬਹੁਤ ਕੁਝ ਕੈਪਚਰ ਕਰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਆਪਣੇ ਅੰਦਰ ਜਮ੍ਹਾਂ ਹੁੰਦੀਆਂ ਰਹਿੰਦੀਆਂ। ਫਿਰ ਜਦੋਂ ਮੌਕਾ ਮਿਲਦਾ ਹੈ ਤਾਂ ਫਿਰ ਉਹ ਕਾਗਜ਼ਾਂ ਤੇ ਆਪੇ ਆ ਜਾਂਦਾ ਹੈ ਨਾ। ਬਿਲਕੁਲ ਜੀ, ਕਵੀ ਹੋ ਗਿਆ ਜਾਂ ਅਦਾਕਾਰ ਹੋ ਗਿਆ, ਇਹਨਾਂ ਦਾ ਤਾਂ ਆਬਜ਼ਰਵੇਸ਼ਨ ਜਿਹੜਾ ਨਾ ਬਹੁਤ ਵੱਡਾ ਮਤਲਬ ਉਹ ਆ ਜੀ। ਆਬਜ਼ਰਵੇਸ਼ਨ ਤੋਂ ਬਗੈਰ ਤਾਂ ਕੁਝ ਨਹੀਂ, ਸਭ ਤੋਂ ਪਹਿਲਾਂ ਹੀ ਕੰਮ ਆਬਜ਼ਰਵ ਕਰਨਾ, ਫਿਰ ਉਹ ਕਨਸੈਪਟ ਉਹ ਆਪਾਂ ਜਿਹੜਾ ਰਿਸੀਵ ਕਰਦੇ ਹਾਂ, ਅੰਦਰ ਕਨਸੀਵ ਕਰਦੇ ਹਾਂ, ਫਿਰ ਅਸੀਂ ਕੁਝ ਲਿਖ ਪਾਉਂਦੇ ਹਾਂ। ਅੱਛਾ, ਕਵਿਤਾ ਦੇ ਨਾਲ ਨਾਲ ਆਪਾਂ ਤੁਹਾਡੀ ਗਜ਼ਲ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਤੁਸੀਂ ਮਿੰਨੀ ਕਹਾਣੀ ਦਾ ਜ਼ਿਕਰ ਕੀਤਾ, ਹੈ ਨਾ ਜੀ? ਤੇ ਉਹ ਕਿੰਨੀਆਂ ਕਿ ਤੁਸੀਂ ਮਿੰਨੀ ਕਹਾਣੀਆਂ ਹੁਣ ਤੱਕ ਲਿਖੀਆਂ, ਉਹਦੀ ਵੀ ਕੋਈ ਬੁੱਕ ਐਡਿਟ ਕਰਵਾਈ ਕੋਈ? ਨਹੀਂ, ਮਿੰਨੀ ਕਹਾਣੀਆਂ ਦੀ ਮੈਂ ਹਲੇ ਬੁੱਕ ਨਹੀਂ ਕਰਵਾਈ। ਹਾਂਜੀ, ਕਿਉਂਕਿ ਮਿੰਨੀ ਕਹਾਣੀ ਮੈਂ ਰੈਗੂਲਰ ਨਹੀਂ ਲਿਖਦੀ। ਬਹੁਤ ਮੈਨੂੰ ਇਹ ਹੁੰਦਾ ਹੈ ਕਿ ਜੋ ਲਿਖਿਆ ਨਾ ਉਹ ਬਹੁਤ ਵਧੀਆ ਹੋਵੇ ਮਿੰਨੀ ਕਹਾਣੀ ਵਿੱਚ ਜੀ। ਤੇ ਐਦਾਂ ਦੇ ਆਪਾਂ ਬਹੁਤ ਲਿਖ ਕੇ ਰੱਖਦੇ ਹਾਂ। ਜੇ ਮੈਂ ਕਹਾਂ ਕਿ ਉਹ ਕੁਝ ਬਹੁਤ ਵਧੀਆ ਨੇ ਜਿਨ੍ਹਾਂ ਨੂੰ ਮੈਂ ਬੁੱਕ 'ਚ ਸ਼ਾਮਿਲ ਕਰਾਂਗੀ, ਤਾਂ ਉਹ ਹਲੇ ਸਿਰਫ ਅੱਧੀ ਬੁੱਕ ਦਾ ਹੀ ਮੈਟਰ ਮੇਰੇ ਕੋਲ ਹੈ, ਤੇ ਬਾਕੀਆਂ ਨੂੰ ਮੈਂ ਨਹੀਂ ਕਰਾਂਗੀ। ਅੱਛਾ, ਕਹਾਣੀਆਂ 'ਚ ਮਿੰਨੀ ਕਹਾਣੀ ਕਿਉਂ? ਮਤਲਬ ਵੱਡੀ ਕਹਾਣੀ ਵਾਲੀ ਕਿਉਂ ਨਹੀਂ ਸੋਚਿਆ ਵੀ, ਜਾਂ ਤੁਹਾਨੂੰ ਲੱਗਾ ਵੀ ਮੈਂ ਛੋਟੇ ਥੋੜੇ ਸ਼ਬਦਾਂ 'ਚ ਗੱਲ ਕਹਿ ਸਕਦੀ ਆਪਣੀ? ਨਹੀਂ, ਉਹਦਾ ਵੀ ਇੱਕ ਕਾਰਨ ਸੀਗਾ ਜੀ। ਉਹਦਾ ਇੱਕ ਕਾਰਨ ਇਹ ਸੀਗਾ ਕਿ ਜਦੋਂ ਕਹਾਣੀ ਲਿਖੀ ਦੀ ਆ, ਜਿੰਨੀ ਮਿੰਨੀ ਕਹਾਣੀ ਆ, ਉਹ ਤਾਂ ਇੱਕ ਥੋੜੇ ਜਿਹੇ ਟਾਈਮ ਦੇ ਵਿੱਚ ਕੁਇੱਕ ਦੂਸਰੇ ਤੇ ਅਸਰ ਕਰਦੀ ਆ, ਉਹਨੂੰ ਪੜ੍ਹਨ ਨੂੰ ਵੀ ਘੱਟ ਸਮਾਂ ਲੱਗਦਾ। ਕਹਾਣੀਆਂ ਲਿਖੀਆਂ ਹੋਈਆਂ ਨੇ, ਉਹਨਾਂ ਨੂੰ ਪਹਿਲੇ ਪੋਸਟ ਕਰਨਾ ਪਏਗਾ ਜਾਂ ਟਾਈਪ ਕਰਕੇ ਭੇਜਣਾ ਪਏਗਾ, ਬਸ ਉਹ ਥੋੜਾ ਜਿਹਾ ਇਸੇ ਕਰਕੇ ਰੁਕਿਆ ਹੋਇਆ ਉਹਨਾਂ ਦਾ ਕੰਮ। ਤੇ ਮਿੰਨੀ ਕਹਾਣੀ ਦਾ ਵੀ ਆਪਾਂ ਨੂੰ ਭੇਜਣੀ ਥੋੜੀ ਜਿਹੀ ਆਸਾਨ ਹੋ ਜਾਂਦੀ ਹੈ, ਤੇ ਮੈਨੂੰ ਲੱਗਦਾ ਵੀ ਇਹ ਛੋਟੀਆਂ ਚੀਜ਼ਾਂ ਨੂੰ ਅਖਬਾਰ ਵਾਲੇ ਵੀ ਪਹਿਲ ਦਿੰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਥੋੜਾ ਅੱਜ ਦੇ ਸਮੇਂ ਦੇ ਵਿੱਚ ਮਿੰਨੀ ਕਹਾਣੀ ਜਿਹੜੀ ਬੜੀ ਪ੍ਰਚਲਿਤ ਹੁੰਦੀ ਜਾਂਦੀ ਆ ਜੀ, ਤੇ ਇਹਦੇ ਬਾਰੇ ਦੇਖਿਆ ਗਿਆ ਵੀ ਜਿਵੇਂ ਇੱਕ ਤਿੱਖੀ ਚੁੰਡੀ ਵੱਢਣ ਵਰਗਾ ਕੰਮ ਕਰਦੀ, ਤੁਹਾਨੂੰ ਇਦਾਂ ਇੱਕਦਮ ਤੁਹਾਨੂੰ ਹਲੂਣਦੀ ਹੈ ਨਾ। ਚਲੋ ਆਪਾਂ ਤੁਹਾਡੀ ਕਿਤਾਬ ਵੱਲ ਆਉਂਦੇ ਹਾਂ ਨਾ, ਜਿਹੜੀ 2017 ਚ ਛਪਦੀ ਹੈ ਨਾ, ਪੈੜਾਂ ਦਾ ਸਰਨਾਮਾ ਜੀ। ਇਸ ਕਿਤਾਬ ਬਾਰੇ ਦੱਸੋ ਜੀ, ਕਿਵੇਂ ਸਬਬ ਬਣਦਾ? ਕਿਤਾਬ ਦਾ ਇਦਾਂ ਹੈ ਕਿ ਕਾਫੀ ਕੁਝ ਤੁਹਾਨੂੰ ਦੱਸਿਆ ਨਾ ਵੀ 2012-13 ਤੋਂ ਰੈਗੂਲਰ ਇੱਕੋ ਹੋਇਆ, ਰੂਟੀਨ ਬਣੀ ਹਾਂਜੀ, ਤੇ ਲਿਖਣਾ ਸ਼ੁਰੂ ਕੀਤਾ।
ਉਦੋਂ ਸੋਚਿਆ ਨਹੀਂ ਸੀਗਾ ਕਿ ਕਦੇ ਇਹ ਕਿਤਾਬ ਦਾ ਰੂਪ ਲਊਗਾ। ਜੀ ਮੈਨੂੰ ਲੱਗਦਾ ਪਹਿਲੀ ਬੁੱਕ ਤਾਂ ਹਰੇਕ ਰਾਈਟਰ ਦਾ ਨਾ ਡ੍ਰੀਮ ਹੀ ਹੁੰਦਾ ਹੈ, ਤੇ ਮੇਰਾ ਵੀ ਡ੍ਰੀਮ ਹੀ ਪੂਰਾ ਹੋਇਆ। ਤੇ ਇੱਕ ਜਦੋਂ ਸੋਸ਼ਲ ਮੀਡੀਆ ਨਾਲ ਜੁੜੇ ਤਾਂ ਕਾਫੀ ਰਾਈਟਰਸ ਵੀ ਨਾਲ ਜੁੜੇ ਹਨ, ਤੇ ਉਹਨਾਂ ਨੇ ਥੋੜਾ ਮਤਲਬ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਵਧੀਆ ਲਿਖਦੇ ਹੋ ਤੇ ਇਹਨਾਂ ਨੂੰ ਇਕੱਠਾ ਕਰੋ ਵੀ ਇਹ ਰੁੱਲ ਜਾਂਦਾ ਹੈ। ਤੇ ਫਿਰ ਸਾਡੀ ਸਾਹਿਤਕ ਸਭਾ ਜਿਹੜੀ ਹੈਗੀ ਆ ਫਤਿਹਗੜ੍ਹ ਸਾਹਿਬ ਦੀ, ਜੀ ਜ਼ਿਲ੍ਹਾ ਲਿਖਾਰੀ ਸਭਾ ਫਤਿਹਗੜ੍ਹ ਸਾਹਿਬ, ਇਹਨਾਂ ਦੇ ਜਿਹੜੇ ਪ੍ਰਧਾਨ ਨੇ ਤੇ ਪਰਮਜੀਤ ਕੌਰ ਮੈਡਮ, ਪਰਮਜੀਤ ਸਰਹੰਦੀ ਜੀ, ਉਹਨਾਂ ਨੇ ਮੈਨੂੰ ਸਪੋਰਟ ਕੀਤੀ ਤੇ ਮੈਨੂੰ ਇਹ ਬੁੱਕ ਕਲੈਕਟ ਕਰਨ ਵਿੱਚ ਮੇਰੀ ਮਦਦ ਕੀਤੀ। ਜੀ ਤੇ ਉਸ ਤੋਂ ਬਾਅਦ ਫਿਰ ਇੱਥੇ ਹੀ ਫਿਰ ਅਸੀਂ ਨਾ ਲੋਕ ਅਰਪਣ ਕੀਤੀ ਸੀ ਲਿਖਾਰੀ ਸਭਾ ਵੱਲੋਂ, ਤੇ ਬਹੁਤ ਵਧੀਆ ਰਿਸਪੌਂਸ ਰਿਹਾ, ਆਪਣੇ ਮਨ ਨੂੰ ਖੁਸ਼ੀ ਹੋਈ। ਪਰ ਹੁਣ ਚਲੋ ਲੱਗਦਾ ਕਿ ਹੁਣ ਉਹ 3 ਸਾਲ ਲੰਘ ਗਏ ਨੇ ਤੇ ਹੁਣ ਹੋਰ ਕੋਸ਼ਿਸ਼ ਕਰੀਏ, ਹੋਰ ਵਧੀਆ ਲਿਖ ਕੇ ਤੇ ਹੋਰ ਵਧੀਆ ਲੈ ਕੇ ਆਵਾਂ। ਜੀ ਤੁਹਾਡੀ ਕਵਿਤਾ ਦੇ ਵਿੱਚ ਮਤਲਬ ਤੁਸੀਂ ਕੀ ਸਮਝਦੇ ਵੀ ਕਿਹੜਾ ਰੰਗ ਜਿਹੜਾ ਉਹ ਜ਼ਿਆਦਾ ਆ, ਭਾਰੀ ਜਾਂ ਤੁਹਾਡੇ ਦਿਲ ਦੇ ਨੇੜੇ ਆ, ਹਨਾ? ਤੁਸੀਂ ਰੋਮਾਂਸਵਾਦੀ ਕਵਿਤਾ ਲਿਖਦੇ ਜਾਂ ਜੁਝਾਰਵਾਦੀ ਲਿਖਦੇ, ਸਮਾਜਵਾਦੀ, ਜਾਂ ਕਿਹੜਾ ਰਿਸ਼ਤੇ ਨਾਤਿਆਂ ਦੀ ਗੱਲ ਕਰਦੇ, ਕਿਹੜਾ ਰੰਗ ਤੁਹਾਡੇ ਦਿਲ ਦੇ ਜ਼ਿਆਦਾ ਨੇੜੇ ਆ? ਮੈਂ ਕਦੇ ਇਹ ਚੀਜ਼ ਨਹੀਂ ਸੋਚ ਪਾਈ, ਕਿਉਂਕਿ ਮਤਲਬ ਜਦੋਂ ਅਸੀਂ ਕਿਸੇ ਵੀ ਭਾਵਨਾ ਵਿੱਚ ਬਹਿੰਦੇ ਆ ਤਾਂ ਅਸੀਂ ਉਵੇਂ ਦਾ ਹੀ ਰੰਗ ਦੇ ਦਿੰਦੇ ਆ। ਕਈ ਵਾਰੀ ਉਹ ਕਵਿਤਾ ਰੋਮਾਂਸਵਾਦੀ ਹੁੰਦੀ ਹੈ, ਕੁਝ ਦਿਨ ਮਨ ਇੱਦਾਂ ਦਾ ਹੁੰਦਾ ਕਿ ਜੋ ਹੁਣ ਆਪਣੇ ਚਲੋ ਆਪਣੀ ਸੋਸਾਇਟੀ 'ਚ ਚੱਲ ਰਿਹਾ, ਇਸ ਟਾਈਮ ਕਿਸਾਨੀ ਅੰਦੋਲਨ ਚੱਲ ਰਿਹਾ, ਜਾਂ ਕਈ ਵਾਰ ਰੇਪ ਕਾਂਡ ਹੁੰਦੇ ਆ, ਜਾਂ ਕੁਝ ਵੀ ਇੱਦਾਂ ਦਾ ਹੁੰਦਾ ਸਮਾਜ 'ਚ, ਤਾਂ ਕਵੀ ਮਨ ਨੂੰ ਪ੍ਰਭਾਵਿਤ ਕਰਦਾ ਹੈ ਨਾ। ਤੇ ਉਹ ਚੀਜ਼ਾਂ ਫਿਰ ਉੱਦਾਂ ਦਾ ਹੀ ਲਿਖ ਹੁੰਦਾ। ਤੇ ਮੈਨੂੰ ਲੱਗਦਾ ਕਿ ਮੈਂ ਸੋਸ਼ਲ ਥੋੜਾ ਜ਼ਿਆਦਾ ਲਿਖਦੀ ਹਾਂ, ਸਮਾਜਿਕ ਵਿਸ਼ੇ ਮੇਰੇ ਥੋੜੇ ਜ਼ਿਆਦਾ ਹੁੰਦੇ ਆ, ਮਤਲਬ ਮੈਂ ਰਿਸ਼ਤਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਹਾਂ। ਜੋ ਸਮਾਜ ਵਿੱਚ ਜੋ ਹੁੰਦਾ ਉਹ ਮੈਨੂੰ ਬਹੁਤ ਜ਼ਿਆਦਾ ਮਤਲਬ ਕਸ਼ਟ ਕਹਿ ਲਓ ਕਿ ਜੋ ਗੱਲਾਂ ਹੁੰਦੀਆਂ ਨਾ, ਉਹ ਕਈ ਦਿਨ ਮਨ ਉਹਦੇ ਵਿੱਚ ਉਲਝਿਆ ਰਹਿੰਦਾ, ਪਰੇਸ਼ਾਨ ਹੁੰਦਾ ਹੈ। ਫਿਰ ਉਹ ਜਦ ਤੱਕ ਉਹ ਲਿਖ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਮਨ ਚੋਂ ਨਿਕਲਦਾ ਨਹੀਂ, ਤੇ ਉਹ ਫਿਰ ਸਮਾਜਿਕ ਵਿਸ਼ੇ ਜ਼ਿਆਦਾ ਹੋ ਜਾਂਦੇ ਆ। ਅੱਛਾ, ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ ਨਾ, ਜੀ, ਜਿਹੜਾ ਸਾਲ ਭਰ ਹੋ ਗਿਆ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ। ਜੀ, ਕਹਿੰਦੇ ਕਿ ਜਦੋਂ ਲਹਿਰਾਂ ਚੱਲਦੀਆਂ ਨੇ ਨਾ, ਇਹ ਲਹਿਰਾਂ ਤੇ ਸਾਹਿਤ ਦਾ ਬੜਾ ਸਿੱਧਾ ਸੰਬੰਧ ਆ। ਕਈ ਵਾਰੀ ਜਿਹੜਾ ਇਹ ਲਹਿਰਾਂ ਦਾ ਜਿਹੜਾ ਬਹੁਤ ਵੱਡਾ ਪ੍ਰਭਾਵ ਸਾਹਿਤ 'ਤੇ ਪੈਂਦਾ ਹੈ ਨਾ, ਦੇਖਣ ਨੂੰ ਕਈ ਵਾਰੀ ਸਾਹਿਤ ਇੱਦਾਂ ਦਾ ਲਿਖਿਆ ਜਾਂਦਾ ਵੀ ਉਹ ਵੀ ਲਹਿਰਾਂ ਨੂੰ ਜਨਮ ਦੇ ਦਿੰਦਾ। ਤੇ ਤੁਸੀਂ ਕਿਸਾਨੀ ਅੰਦੋਲਨ ਪਿਛਲੇ 1 ਸਾਲ ਤੋਂ 11 ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ, ਤੁਹਾਡੇ ਮਨ 'ਚ ਵੀ ਕੋਈ ਵਲਵਲਾ ਆਇਆ ਇੱਦਾਂ, ਉਹਨੇ ਵੀ ਪ੍ਰਭਾਵ ਛੱਡਿਆ ਕੋਈ ਇਸ ਤਰ੍ਹਾਂ ਦਾ? ਤੇ ਜੇ ਕੋਈ ਹੈ ਤਾਂ ਸਾਨੂੰ ਜ਼ਰੂਰ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਜੀ, ਕਿਸਾਨੀ ਅੰਦੋਲਨ ਹੁਣ ਇਹ ਇੱਕ ਤਰ੍ਹਾਂ ਨਾ ਇੱਕ ਸਦੀ ਦਾ ਉਹ ਕਹਿ ਲਓ ਜੋ ਅਸੀਂ ਅੱਖੀ ਦੇਖ ਰਹੇ ਹਾਂ, ਜੋ ਪੰਜਾਬ ਦੇ ਲੋਕਾਂ ਨੇ ਇੱਕ ਵਿਦਰੋਹ ਖੜਾ ਕੀਤਾ ਹੈ ਨਾ, ਜੀ, ਵੀ ਜੋ ਸਿਸਟਮ ਦੇ ਖਿਲਾਫ ਉਹ ਕਹਿ ਰਹੇ ਨੇ ਕਿ ਇਹ ਸਾਨੂੰ ਮਨਜ਼ੂਰ ਨਹੀਂ ਹੈ। ਤੇ ਇਹ ਮਤਲਬ ਆਪਾਂ ਇਸ ਚੀਜ਼ ਦੇ ਪ੍ਰਤੱਖ ਗਵਾਹ ਹਾਂ ਕਿ ਜੋ ਸੁਣਦੇ ਸੀ, ਜੋ ਪੜ੍ਹਦੇ ਸੀ, ਹੁਣ ਦੇਖ ਰਹੇ ਹਾਂ ਕਿ ਵਾਕਈ ਪੰਜਾਬੀ ਇੱਕ ਗੈਰਤਮੰਦ ਕੌਮ ਹੈ ਜੋ ਗਲਤ ਨੂੰ ਹੁੰਦੇ ਆ ਬਰਦਾਸ਼ਤ ਨਹੀਂ ਕਰ ਸਕਦੀ। ਤੇ ਇੱਕ ਕਿਸਾਨੀ ਅੰਦੋਲਨ ਇਸ ਦੇ ਇੱਕ ਮੰਨਿਆ ਹੋਇਆ ਮਤਲਬ ਪ੍ਰਤੱਖ ਪ੍ਰਮਾਣ ਹੈ ਇਸ ਗੱਲ ਦਾ ਕਿ ਜੋ ਹੋ ਰਿਹਾ ਸਾਡੇ ਸਾਹਮਣੇ ਹੋ ਰਿਹਾ। ਤੇ ਜੇ ਸਰਕਾਰਾਂ ਉਸ ਨੂੰ ਐਕਸੈਪਟ ਕਰਨ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤੇ ਹੁਣ ਆਪਾਂ ਦੇਖ ਹੀ ਰਹੇ ਹਾਂ 11 ਮਹੀਨੇ ਵਿੱਚ ਕਿੰਨਾ ਕੁਝ ਹੋ ਚੁੱਕਿਆ ਹੈ। ਜੀ ਜੀ ਬਿਲਕੁਲ। ਤੇ ਸਾਨੂੰ ਸੁਣਾਓ ਜੇ ਤੁਸੀਂ ਕੁਝ ਲਿਖਿਆ ਵੀ ਹੈ ਤਾਂ। ਹਾਂਜੀ ਜ਼ਰੂਰ, ਮੈਂ ਇਸ ਤੋਂ ਪ੍ਰਭਾਵਿਤ ਹੋ ਕੇ ਕਈ ਕਵਿਤਾਵਾਂ ਲਿਖ ਹੋਈਆਂ ਜੀ, ਕਿਉਂਕਿ ਰਾਈਟਰ ਸ਼ਾਇਦ ਮੈਨੂੰ ਲੱਗਦਾ ਬਹੁਤ ਜ਼ਿਆਦਾ ਇਫੈਕਟ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ। ਜੀ ਜੀ ਬਿਲਕੁਲ ਬਿਲਕੁਲ ਜੀ ਜੀ। ਮੇਰੀ ਕਵਿਤਾ ਹੈ ਬਲ ਦੀਵਿਆ। ਜੀ। ਬਲ ਦੀਵਿਆ ਬਲ ਬਲ ਕੇ ਰੋਸ਼ਨ ਕਰ ਦੇ ਚਾਰ ਚੁਫੇਰਾ, ਬਲ ਦੀਵਿਆ ਬਲ ਬਲ ਕੇ ਰੋਸ਼ਨ ਕਰ ਦੇ ਚਾਰ ਚੁਫੇਰਾ, ਤੇਰੇ ਬਲਿਆਂ ਹੀ ਮਿਟਣਾ ਏ ਸਾਰੇ ਜਗ ਦਾ ਨੇਰਾ। ਬਸ ਬਸ। ਜਿਹੜੇ ਹੱਕਾਂ ਲਈ ਲੜਦੇ ਨੇ ਸੜਕੀ ਆਣ ਖਲੋਤੇ, ਜਿਹੜੇ ਹੱਕਾਂ ਲਈ ਲੜਦੇ ਨੇ ਸੜਕੀ ਆਣ ਖਲੋਤੇ, ਉਹਨਾਂ ਦੇ ਲਈ ਹਾਕਮ ਦੇ ਕਰ ਹਾਕਮ ਦੇ ਮਨ ਕਰਦੇ ਰਹਿਮ ਬਸੇਰਾ। ਬਸ ਬਹੁਤ। ਚੁੱਪ ਹੈ ਕਵਿਤਾ ਕਿੰਨੇ ਚਿਰ ਤੋਂ ਮੇਰੇ ਨਾਲ ਨਾ ਬੋਲੀ, ਚੁੱਪ ਹੈ ਕਵਿਤਾ ਕਿੰਨੇ ਚਿਰ ਤੋਂ ਮੇਰੇ ਨਾਲ ਨਾ ਬੋਲੀ, ਨਾ ਹੀ ਇਸਨੇ ਪੰਨਿਆਂ ਉੱਤੇ ਪਾਇਆ ਚਿਰ ਤੋਂ ਫੇਰਾ। ਜਿਸ ਦੇ ਵੇੜੇ ਭੁੱਖ ਹੈ ਪੁੱਜਦੀ ਉਸ ਦੇ ਵੇੜੇ ਜਾ ਕੇ, ਜਿਸ ਦੇ ਵੇੜੇ ਭੁੱਖ ਹੈ ਪੁੱਜਦੀ ਉਸ ਦੇ ਵੇੜੇ ਜਾ ਕੇ, ਖੁਸ਼ੀਆਂ ਖੇੜੇ ਵੰਡੀਏ ਅੜਿਆ ਮੰਨ ਕੇ ਫਰਜ਼ ਹੈ ਮੇਰਾ। ਵੇਖ ਮਸ਼ਾਲਾਂ ਨਜ਼ਰੀ ਆਵਣ ਹੱਕਾਂ ਦੇ ਲਈ ਲੜਦੇ, ਵੇਖ ਮਸ਼ਾਲਾਂ ਨਜ਼ਰੀ ਆਵਣ ਹੱਕਾਂ ਦੇ ਲਈ ਲੜਦੇ, ਅੰਨਦਾਤਾ ਸੜਕਾਂ ਤੇ ਆਇਆ ਤੱਕ ਤਾਂ ਉਸ ਦਾ ਜੇਰਾ। ਵਾਹ ਜੀ ਵਾਹ, ਬਹੁਤ ਖੂਬ। ਸ਼ੁਕਰੀਆ ਜੀ, ਬਹੁਤ ਖੂਬ ਜੀ। ਬੜੇ ਚਿਰਾਂ ਤੋਂ ਮਾਯੂਸੀ ਦਾ ਘੇਰਾ ਵੱਧਦਾ ਜਾਏ, ਬੜੇ ਚਿਰਾਂ ਤੋਂ ਮਾਯੂਸੀ ਦਾ ਘੇਰਾ ਵੱਧਦਾ ਜਾਏ, ਬਲੀ ਦੇਵਿਆਂ
ਮਿਟੇ ਦਿਲਾਂ ਚੋਂ ਮਾਯੂਸੀ ਦਾ ਡੇਰਾ ਬਲੀ ਦੀਵਿਆ ਬਲੇ ਮਿਟੇ ਦਿਲਾਂ ਚੋਂ ਮਾਯੂਸੀ ਦਾ ਡੇਰਾ ਬਲ ਦੀਵਿਆ ਬਲ ਬਲ ਕੇ ਰੋਸ਼ਨ ਕਰ ਦੇ ਚਾਰ ਚੁਫੇਰਾ ਤੇਰੇ ਬਲਿਆਂ ਹੀ ਮਿਟਣਾ ਏ ਸਾਰੇ ਜਗ ਦਾ ਨੇਰਾ। ਵਾਹ ਜੀ ਵਾਹ, ਬਹੁਤ ਸਾਰੇ ਖੂਬ ਜਗ ਜੀ। ਦਾ ਨੇਰਾ। ਬਹੁਤ ਸ਼ੁਕਰੀਆ। ਸ਼ੁਕਰੀਆ ਤੇ ਆਪਾਂ ਅੱਛਾ ਗਜ਼ਲ ਦੀ ਗੱਲ ਇੱਕ ਦੋ ਸਵਾਲ ਹੋਰ ਕਰ ਲਈਏ, ਫਿਰ ਆਪਾਂ ਇਸ ਪ੍ਰੋਗਰਾਮ ਨੂੰ ਸਮੇਟਣਾ। ਜੀ ਤੇ ਗਜ਼ਲ ਜਦੋਂ ਆਪਾਂ ਗਜ਼ਲ ਦੀ ਗੱਲ ਕਰਦੇ ਹਾਂ ਤਾਂ ਅਰੂਜ਼ ਦੀ ਗੱਲ ਆਉਂਦੀ ਹੈ ਨਾ। ਜੀ ਅੱਜ ਦੇ ਸਮੇਂ 'ਚ ਗਜ਼ਲ ਪੰਜਾਬੀ ਸਾਹਿਤ ਵਿੱਚ ਬਹੁਤ ਮਕਬੂਲ ਹੋਣਾ। ਜੀ ਤੇ ਅਰੂਜ਼ ਲਈ ਫਿਰ ਤਾਂ ਇਹ ਜਿਹੜੀਆਂ ਬਹਿਰਾਂ ਸਿੱਖਣੀਆਂ ਪੈਂਦੀਆਂ ਹਨਾ। ਇਹ ਤੁਸੀਂ ਸੁੱਤੇ ਸਿੱਧ ਜਦੋਂ ਤੁਹਾਨੂੰ ਕਵਿਤਾ ਲਿਖਦੇ ਜੇ ਹਨਾ, ਕਵਿਤਾ ਦਾ ਹਲਾਮਤ ਜਾਂ ਗਜ਼ਲ ਲਿਖਦੇ ਜੇ, ਤੇ ਫਿਰ ਤੁਸੀਂ ਇਹਨਾਂ ਖਾਸ ਤਕਨੀਕ ਦਾ ਖਿਆਲ ਰੱਖਦੇ ਜੇ? ਬਹਿਰਾਂ ਬਾਰੇ ਫਿਰ ਤੁਸੀਂ ਕੋਈ ਜਾਣਕਾਰੀ ਲੈ ਰਹੇ ਜੇ ਜਾਂ ਇੱਕ ਵਹਾਅ ਹੀ ਅੰਦਰੋਂ ਵੀ ਆਪਣੇ ਆਪ ਹੀ ਤੁਸੀਂ ਉਸ ਵਹਾਅ 'ਚ ਵਹਿੰਦੇ ਹੋਏ ਲਿਖ ਲੈਂਦੇ ਜੀ? ਨਹੀਂ ਜੀ, ਮੈਨੂੰ ਹਲੇ ਅਰੂਜ਼ ਵਗੈਰਾ ਮੈਂ ਨਹੀਂ ਇੰਨਾ ਜ਼ਿਆਦਾ ਜਾਣਦੀ ਜੀ। ਇਹ ਵੀ ਜਿੰਨਾ ਕੁ ਤੁਹਾਨੂੰ ਦੱਸਿਆ ਕਿ ਨੌਲੇਜ ਮਿਲੀ, ਗੁਰਦਿਆਲ ਦਲਾਲ ਸਰ ਨੇ ਕਾਲਮ ਸ਼ੁਰੂ ਕੀਤਾ ਸੀ, ਜੀ ਜੀ ਉਹ ਆਪ ਮੁਹਾਰੀ ਹੈ ਜੋ ਲਿਖ ਹੋ ਰਿਹਾ ਹੈ, ਜੋ ਬਣ ਰਿਹਾ ਹੈ। ਜੀ ਮੈਨੂੰ ਜ਼ਿਆਦਾ ਨਹੀਂ ਨੌਲੇਜ ਹੈ ਕਿ ਬੇਸਿਕ ਥੋੜੀਆਂ ਬਹੁਤ ਬਹਿਰਾਂ ਨਾਲ ਜੁੜੇ ਹੋਏ ਆ, ਜੀ ਕਿਉਂਕਿ ਇਹਦਾ ਤਾਂ ਮੈਨੂੰ ਲੱਗਦਾ ਖੇਤਰ ਬਹੁਤ ਵਿਸ਼ਾਲ ਹੈ ਬਿਲਕੁਲ, ਗਜ਼ਲ ਦਾ, ਬਹੁਤ। ਜਿਹਨੂੰ ਆਪਾਂ ਡਿਟੇਲ ਵਿੱਚ ਜ਼ਿਆਦਾ ਡਿਟੇਲ ਵਿੱਚ ਹਰ ਕੋਈ ਨਹੀਂ ਸਿੱਖ ਸਕਦਾ, ਜੀ ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਸਿੱਖਿਆ ਜਾਵੇ। ਜੀ ਜੀ ਬਾਕੀ ਜੀ ਲੱਗੀ ਤੁਹਾਡੇ ਕੋਲ ਇੱਕ ਦੀ ਗਜ਼ਲ ਹੋਰ ਸੁਣਾਂਗੇ। ਉਸ ਤੋਂ ਪਹਿਲਾਂ ਅੱਛਾ ਤੁਸੀਂ ਔਰਤ ਤੋਂ ਹਨਾ, ਜੀ ਤੇ ਮੈਂ ਇੱਕ ਕਵੀ ਬਾਅਦ ਚ ਪਹਿਲਾਂ ਸਮਝਦਾ ਵੀ ਇੱਕ ਔਰਤ ਹੈ ਨਾ, ਔਰਤ ਦਾ ਜਿਹੜਾ ਮਨ ਆ ਜੀ ਉਹ ਜਿਹੜੇ ਔਰਤ ਨਾਲ ਰਿਲੇਟਡ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਬਖੂਬੀ ਪਕੜ ਸਕਦਾ ਹਨਾ, ਜੀ ਔਰਤ ਦੀਆਂ ਮੁਸ਼ਕਲਾਂ ਨੂੰ ਬਖੂਬੀ ਚਿੱਤਰ ਸਕਦਾ। ਜੀ ਕੀ ਲੱਗਦਾ ਤੁਹਾਨੂੰ ਅਜੋਕੇ ਸਮੇਂ 'ਚ ਹੁਣ ਦੀ ਜਿਹੜੀ ਔਰਤ ਆ, ਜਿਹਨੂੰ ਆਪਾਂ ਕਹਿੰਦੇ ਵੀ ਹੁਣ ਪੂਰੀ ਤਰ੍ਹਾਂ ਉਹਦਾ ਜਿਹੜਾ ਕਿਰਦਾਰ ਉਹ ਵਿਕਸਿਤ ਹੋ ਗਿਆ, ਜਾਂ ਜੇ ਲੱਗਦਾ ਵੀ ਅਜੇ ਵੀ ਬੜੀਆਂ ਬੰਦਸ਼ਾਂ ਨੇ ਅਜੇ ਉੱਤੇ? ਇੱਦਾਂ ਹੀ ਕਿ ਜਿਹੜੇ ਲੋਕ ਤਰੱਕੀ ਕਰ ਚੁੱਕੇ ਨੇ, ਜੀ ਜਿਨ੍ਹਾਂ ਦਾ ਪਰਿਵਾਰ ਖੁੱਲਾ ਮਾਹੌਲ ਹੈ, ਜੀ ਉਹ ਤੇ ਤਰੱਕੀ ਕਰ ਹੀ ਰਹੇ ਨੇ, ਜੀ ਪਰ ਹਲੇ ਵੀ ਸਮਾਜ ਦਾ ਇੱਕ ਵਰਗ ਐਸਾ ਵੀ ਹੈ, ਬਹੁਤ ਸਾਰੀਆਂ ਔਰਤਾਂ ਨੇ ਜਿਨ੍ਹਾਂ ਨੂੰ ਹਲੇ ਵੀ ਉਹ ਆਜ਼ਾਦੀ ਨਹੀਂ ਹੈ, ਨਾ ਉਹਨਾਂ ਨੂੰ ਮਾਨਸਿਕ ਤੌਰ ਤੇ ਆਜ਼ਾਦੀ ਹੈ, ਨਾ ਹੀ ਆਰਥਿਕ ਤੌਰ ਤੇ। ਜੇ ਇੱਕ ਕੁੜੀ ਨੂੰ ਆਰਥਿਕ ਤੌਰ ਤੇ ਆਪਣੇ ਪੈਰਾਂ ਸਿਰ ਖੜਾ ਕੀਤਾ ਜਾਂਦਾ ਹੈ ਹਨਾ, ਆਰਥਿਕ ਆਜ਼ਾਦੀ ਹੁੰਦੀ ਹੈ, ਉਹਨੂੰ ਪੜ੍ਹਾ ਲਿਖਾ ਕੇ ਕਾਬਿਲ ਬਣਾਇਆ ਜਾਂਦਾ ਹੈ, ਤਾਂ ਫਿਰ ਉਹ ਸਮਾਜ ਦੀ ਹਰ ਮੁਸ਼ਕਿਲ ਨਾਲ ਲੜ ਸਕਦੀ ਹੈ। ਤੇ ਹਾਲੇ ਵੀ ਬਹੁਤ ਐਦਾਂ ਦਾ ਹੀ ਹੈ ਕਿ ਮਤਲਬ ਜੇ ਆਪਾਂ 20 ਜਾਂ 30 ਸਾਲ ਪਿੱਛੇ ਜਾਈਏ ਨਾ, ਜੋ ਸੁਸਾਇਟੀ ਵਿੱਚ ਸੀ ਹਾਲੇ ਵੀ ਉੱਦਾਂ ਹੀ ਚੱਲ ਰਿਹਾ, ਹਾਲੇ ਵੀ ਕੋਈ ਬਹੁਤ ਜ਼ਿਆਦਾ ਤਰੱਕੀ ਨਹੀਂ ਹੈ। ਨਹੀਂ, ਮੇਰਾ ਸਵਾਲ ਇਸ ਕਰਕੇ ਵੀ ਸੀ ਜੀ ਕਿ ਸੋਸ਼ਲ ਮੀਡੀਆ ਤੇ ਇੱਕ ਬੜਾ ਕਨਸੈਪਟ ਚੱਲਦਾ ਨਾਰੀਵਾਦ ਦਾ, ਜੀ ਜਿਹਨੂੰ ਆਪਾਂ ਫੈਮਿਨਿਜ਼ਮ ਵੀ ਕਹਿ ਦਿੰਦੇ ਹਾਂ ਹਨਾ। ਜੀ ਤੇ ਕਈ ਵਿਦਵਾਨ ਉਹਦੇ ਪੱਖ 'ਚ ਨੇ, ਕਈ ਅਗੇਂਸਟ ਨੇ ਵੀ ਇਹ ਬਿਲਕੁਲ ਇਸ ਤਰ੍ਹਾਂ ਹੀ ਕਿਹਾ ਜਾ ਰਿਹਾ ਅੱਜ ਕੱਲ੍ਹ ਔਰਤ ਕਿੱਥੋਂ ਤੋਂ ਚੱਲ ਕੇ ਕਿੱਥੇ ਪਹੁੰਚ ਗਈ ਹੈ ਨਾ। ਜੀ ਮੈਂ ਮਤਲਬ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਹਿਸਾਬ ਨਾਲ ਇਹ ਜਿਹੜੇ ਨਾਰੀ ਦੀ ਆਜ਼ਾਦੀ ਦੇ ਕੀ ਅਰਥ ਨੇ ਹਨਾ? ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਆਜ਼ਾਦੀ ਦਾ ਮਤਲਬ ਤੁਸੀਂ ਪੜ੍ਹ ਲਿਖ ਕੇ ਕਾਬਿਲ ਬਣ ਗਏ, ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਜੀ ਰਹੇ ਹੋ, ਜੀ ਆਪਣੇ ਆਰਥਿਕ ਫੈਸਲੇ ਲੈ ਸਕਦੇ ਹੋ। ਜੇ ਕਿਹਾ ਜਾਵੇ ਕਿ ਹਾਂ ਪਹਿਰਾਵੇ ਪੱਖੋਂ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਕਿਉਂਕਿ ਪਿੱਛੇ ਬਹੁਤ ਮੁੱਦਾ ਉੱਠਿਆ ਸੀ, ਜੀ ਤਾਂ ਮੈਂ ਇੱਕ ਗੱਲ ਸੋਚਦੀ ਹਾਂ ਕਿ ਆਪਾਂ ਪੱਥਰ ਯੁੱਗ ਤੋਂ ਚੱਲੇ, ਆਪਾਂ ਇਸ ਉਹਦੇ ਵਿੱਚ ਪਹੁੰਚ ਚੁੱਕੇ ਹਾਂ 21ਵੀਂ ਸਦੀ ਵਿੱਚ, ਜੀ ਤੇ ਉਦੋਂ ਇਨਸਾਨ ਕੋਲ ਕੱਪੜੇ ਨਹੀਂ ਸੀ ਪਹਿਨਣ ਨੂੰ, ਤਾਂ ਫਿਰ ਹੁਣ ਆਪਾਂ ਤਰੱਕੀ ਕਰਕੇ ਹੀ ਐਨੀ ਤਰੱਕੀ ਕੀਤੀ ਤਾਂ ਹੀ ਆਪਾਂ ਇਸ ਲੈਵਲ ਤੇ ਪਹੁੰਚੇ ਆ ਨਾ। ਤੇ ਇਹ ਕੋਈ ਉਹ ਨਹੀਂ ਹੈ, ਇਹ ਹਾਂ ਆਪਣੇ ਮਾਨਸਿਕ ਤੌਰ ਤੇ ਜਿਹਨੂੰ ਜੋ ਚੰਗਾ ਲੱਗਦਾ ਵੱਖਰੀ ਗੱਲ ਹੈ ਕਿ ਜੋ ਮਰਜ਼ੀ ਪਹਿਨੋ ਜਾਂ ਜੋ ਮਰਜ਼ੀ ਜਿਵੇਂ ਮਰਜ਼ੀ ਰਹੋ, ਪਰ ਜੋ ਆਪਣੇ ਸਮਾਜ ਦੇ ਪ੍ਰਤੀ ਫਰਜ਼ ਹੈ ਨਾ, ਉਹਦੇ ਵਿੱਚ ਔਰਤ ਦਾ ਬਹੁਤ ਅਹਿਮ ਰੋਲ ਹੈ। ਉਹ ਪਰਿਵਾਰ ਨੂੰ ਸੰਭਾਲਦੀ ਹੈ, ਬਿਲਕੁਲ ਜੀ, ਉਹ ਆਪਣੇ ਆਪ ਨੂੰ ਸੰਭਾਲਦੀ ਹੈ। ਤੇ ਆਜ਼ਾਦੀ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਆਪਾਂ ਆਪਣੇ ਸਮਾਜਿਕ ਬੰਧਨ ਤੋੜ ਦਈਏ, ਆਪਾਂ ਸਿਰਫ ਆਪਣੇ ਬਾਰੇ ਸੋਚੀਏ ਨਾ, ਬਹੁਤ ਕੁਝ ਹੈ, ਹਰ ਇੱਕ ਦੀ ਆਪਣੀ ਆਪਣੀ ਸੋਚ ਹੈ। ਬਿਲਕੁਲ ਜੀ। ਤੁਹਾਡੇ ਕਹਿਣ ਦਾ ਮਤਲਬ ਇਹ ਵੀ ਔਰਤ ਦੀ ਆਜ਼ਾਦੀ ਨੂੰ ਸਿਰਫ ਪਹਿਰਾਵੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਹਨਾ, ਕਿਉਂਕਿ ਉਹਦੇ ਹੋਰ ਉਸ ਦੇ ਅੰਦਰ ਦੀ ਕੀ ਗੱਲ, ਉਸ ਦੇ ਹਨਾ ਦਿਲ ਦੀ ਕੀ ਗੱਲ ਆ, ਜਾਂ ਉਹ ਕੀ ਚਾਹੁੰਦੀ ਹੈ ਨਾ, ਬਹੁਤ ਕੁਝ ਇਸ ਤੋਂ ਪਰੇ ਵੀ ਪਿਆ ਹਨਾ। ਬਿਲਕੁਲ, ਉਸ ਨੂੰ ਆਪਣੇ ਫੈਸਲੇ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ। ਇਹ ਜ਼ਰੂਰੀ ਹੁੰਦਾ ਹੈ ਕਿ ਪੜ੍ਹਾ ਲਿਖਾ ਕੇ ਬੱਚਿਆਂ ਨੂੰ ਕਾਬਿਲ ਬਣਾਓ, ਆਪਣੇ ਫੈਸਲੇ ਲੈਣ ਔਰ ਸਮਾਜ ਨੂੰ ਸਹੀ ਦਿਸ਼ਾ ਦੇਣ, ਇਹੀ ਆਜ਼ਾਦੀ ਹੈ ਮੇਰੇ ਹਿਸਾਬ ਨਾਲ। ਜੀ ਜੀ, ਨਹੀਂ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਆਪਾਂ ਫਿਰ ਕਿਸੇ ਦਿਨ ਆਪਾਂ ਲੰਬੀ ਮੁਲਾਕਾਤ ਕਰਾਂਗੇ। ਹੁਣ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਸਮਾਂ, ਤੇ ਆਖਰ ਦੇ ਵਿੱਚ ਜੇ ਤੁਸੀਂ ਕੋਈ ਗਜ਼ਲ ਜਾਂ ਕੋਈ ਦੋ ਚਾਰ ਸ਼ੇਅਰ ਪੜ੍ਹਨੇ ਚਾਹੋ, ਪੜ੍ਹ ਕੇ ਤੇ ਆਪਾਂ ਨਾਲ ਦੀ ਨਾਲ ਹੀ ਫਿਰ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰ ਦਾਂਗੇ ਜੀ। ਜ਼ਰੂਰ ਜੀ।
ਧੀਆਂ ਤੇ ਇੱਕ ਕਵਿਤਾ ਸੁਣਾਉਣਾ जी ਚਾਹਾਂਗੀ बिल्कुल इरशाद जी। बेशक है कच दी हस्ती पत्थर न पर कहाई बेशक है कच दी हस्ती पत्थर न पर कहाई ਧੀਏ ਨੀ ਲੇਖ ਆਪਣੇ ਆਪੇ ਹੀ ਤੂੰ ਲਿਖਾਈ ਪਾ ਅੱਖਰਾਂ ਨਾਲ ਮੁਹੱਬਤ ਇਲਮਾਂ ਦਾ ਪੜ੍ਹ ਕੇ ਕਹਿਦਾ ਪਾ ਅੱਖਰਾਂ ਨਾਲ ਮੁਹੱਬਤ ਇਲਮਾਂ ਦਾ ਪੜ੍ਹ ਕੇ ਕਹਿਦਾ ਵਿਦਿਆ ਦਾ ਭਰ ਖਜ਼ਾਨਾ ਰੁਤਬਾ ਕੋਈ ਤੂੰ ਪਾਈ नाजुक जही तू कोमल है शांत प्यारी सूरत नाजुक जही तू कोमल है शांत प्यारी सूरत आखे ना कोई टोटा गल दुनिया नू समझाई पुत्र नहीं तू बेशक लायक तू उस तो वध के पुत्र नहीं तू बेशक लायक तू उस तो वध के किते माण कर लई ना कुराहे ही तुर ना जाए बनना किसी दे वर्गा गल तां नहीं है चंगी ਬਣਨਾ ਕਿਸੇ ਦੇ ਵਰਗਾ ਗੱਲ ਤਾਂ ਨਹੀਂ ਹੈ ਚੰਗੀ ਆਪਣੇ ਹੀ ਵਰਗਾ ਸਭ ਨੂੰ ਬਣ ਕੇ ਤੂੰ ਖੁਦ ਦਿਖਾਈ ਫਿਰ ਫਕਰ ਨਾਲ ਕਹਿਣਗੇ ਤੈਨੂੰ ਜਨਮ ਦੇਣ ਵਾਲੇ ਫਿਰ ਫਕਰ ਨਾਲ ਕਹਿਣਗੇ ਤੈਨੂੰ ਜਨਮ ਦੇਣ ਵਾਲੇ ਸਾਨੂੰ ਮਾਣ ਹੈ ਕਿ ਸਾਡੇ ਵਿਹੜੇ 'ਚ ਧੀ ਹੈ ਆਈ ਸਾਨੂੰ ਮਾਣ ਹੈ ਕਿ ਸਾਡੇ ਵਿਹੜੇ 'ਚ ਧੀ ਹੈ ਆਈ ਧੰਨਵਾਦ ਬਹੁਤ ਖੂਬ ਜੀ ਬਹੁਤ ਖੂਬ ਧੀਆਂ ਨੂੰ ਲੈ ਕੇ ਜਿਹੜੀ ਤੁਸੀਂ ਇਹ ਕਵਿਤਾ ਸਿਰਜੀ ਆ ਬਹੁਤ ਸੇਧ ਦੇਣ ਵਾਲੀ ਅੱਜ ਦੇ ਜ਼ਮਾਨੇ ਦੇ ਵਿੱਚ ਸੋ ਆਪਾਂ ਗੱਲਾਂ ਬਾਤਾਂ ਇੱਥੇ ਹੀ ਹੁਣ ਸਮੇਟਦੇ ਹਾਂ ਜੀ ਸੋ ਤੁਹਾਡਾ ਬਹੁਤ ਧੰਨਵਾਦ ਤੇ ਤੁਸੀਂ ਆਪਣੇ ਕੀਮਤੀ ਰਜੀਵਾਂ 'ਚੋਂ ਵਕਤ ਕੱਢਿਆ ਸੋ ਫਿਰ ਮਿਲਾਂਗੇ ਜੀ ਕਿਸੇ ਦਿਨ ਕਿਸੇ ਹੈ ਨਾ ਫਿਰ ਸਬਬ ਬਣੇਗਾ ਜੀ ਬਹੁਤ ਸ਼ੁਕਰੀਆ ਜੀ ਦਰਸ਼ਕੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਤੁਸੀਂ ਦੇਖਦੇ ਰਹੋ ਪਲੱਸ ਟੀਵੀ ਧੰਨਵਾਦ ਜੀ।